ਸੋ ਬਿਲਕੁਲ ਅੱਜ ਤੁਹਾਨੂੰ ਉਹ ਤਸਵੀਰ ਦਿਖਾਉਂਦੇ ਆ ਖੇਤੀ ਬਿੱਲਾਂ ਦੇ ਵਿਰੋਧ ਦੇ ਵਿੱਚ ਆਪਣੇ ਜਜ਼ਬਾਤਾਂ ਨੂੰ ਲੈ ਕੇ ਹਰ ਇੱਕ ਵਿਅਕਤੀ ਯੋਗਦਾਨ ਪਾ ਰਿਹਾ ਹੈ, ਹਰ ਇੱਕ ਸੰਸਥਾ ਯੋਗਦਾਨ ਪਾ ਰਹੀ ਹੈ। ਉੱਥੇ ਇੱਕ ਵੱਡੀ ਤਸਵੀਰ ਤੁਹਾਡੇ ਸਾਹਮਣੇ ਹੈ। 40 ਦਿਨ ਤੋਂ ਇਹ ਪਰਿਵਾਰ, ਖੈਰ ਪਹਿਲਾਂ ਮੈਂ ਥੋੜ੍ਹਾ ਪਰਿਵਾਰ ਬਾਰੇ ਦੱਸ ਦੇਵਾਂ। ਸ਼ਹੀਦ ਦਰਸ਼ਨ ਫੇਰੂ ਮਾਨ ਜੀ ਇਹਨਾਂ ਦੇ ਜੋ ਗੁਰੂ ਮੰਨਦੇ ਆ, ਉਹਨਾਂ ਨਾਲ ਜੁੜਿਆ ਹੋਇਆ ਪਰਿਵਾਰ ਹੈ। ਹਮੇਸ਼ਾ ਕਿਸਾਨਾਂ ਦੇ ਹਿੱਤਾਂ ਦੇ ਲਈ ਜਾਂ ਜਨ ਹਿੱਤਾਂ ਦੇ ਲਈ ਸੰਘਰਸ਼ ਕਰਦੇ ਆ। ਇਹਨਾਂ ਦੇ ਬਜ਼ੁਰਗ ਸਵਰਗੀਆ ਮਹੰਤ ਸੇਵਾ ਦਾਸ ਜੀ ਵੱਡਾ ਅੰਦੋਲਨ ਕਰ ਚੁੱਕੇ ਆ, ਉਹਦੀ ਜਾਣਕਾਰੀ ਖੈਰੇ ਦੇਣਗੇ। ਹੁਣ ਤੁਹਾਡੇ ਸਾਹਮਣੇ ਜੋ ਹਰੇ ਪਗੜੀ ਜਾਂ ਪਰਨੇ 'ਚ ਤੁਸੀਂ ਦੇਖ ਰਹੇ ਹੋ, ਮਹੰਤ ਜਸਵੀਰ ਦਾਸ ਸਿੰਘ ਜੀ 40 ਦਿਨਾਂ ਤੋਂ ਅੰਨ ਤਿਆਗ ਕੇ ਕਿਸਾਨਾਂ ਦੇ ਹੱਕਾਂ ਦੇ ਲਈ, ਕਿਸਾਨਾਂ ਦੇ ਹਿੱਤਾਂ ਦੇ ਲਈ ਸਿੰਘੂ ਬਾਰਡਰ ਦਿੱਲੀ ਤੇ ਖੁੱਲ੍ਹੇ ਅਸਮਾਨ ਦੇ ਥੱਲੇ ਛੋਟਾ ਟੈਂਟ ਲਗਾ ਕੇ ਆਵਾਜ਼ ਬੁਲੰਦ ਕਰ ਰਹੇ ਆ। 40 ਦਿਨ ਹੋ ਗਏ। ਇਹਨਾਂ ਉੱਤੇ ਕਟਾਕਸ਼ ਵੀ ਕੀਤੇ, ਉਹ ਵੀ ਤੁਹਾਨੂੰ ਰਿਪੋਰਟ ਸੁਣਾਵਾਂਗੇ ਔਰ ਉਹ ਵੀ ਉਹਦਾ ਜਵਾਬ ਵੀ ਦਿਲਵਾਵਾਂਗੇ। ਫਿਲਹਾਲ ਤੁਹਾਡੇ ਸਾਹਮਣੇ ਵਿਲੱਖਣ ਤਸਵੀਰ ਹੈ। ਹਰ ਕੋਈ ਇਸ ਮਹਾਯੱਗ ਦੇ ਵਿੱਚ ਦੇਸ਼ ਦੇ ਸਦੀ ਦੇ ਮਹਾਨ ਅੰਦੋਲਨ ਦੇ ਵਿੱਚ ਆਪਣਾ ਹਿੱਸਾ ਪਾ ਰਿਹਾ। ਸੋ ਗੱਲਬਾਤ ਕਰਾਂਗੇ ਮਹੰਤ ਜਸਵੀਰ ਦਾਸ ਜੀ ਦੇ ਨਾਲ। ਸਵਾਗਤ ਹੈ ਜੀ ਤੁਹਾਡਾ ਡੇਲੀ ਪੋਸਟ ਪੰਜਾਬੀ ਤੇ। 40 ਦਿਨ ਤੋਂ ਵੱਧ ਦਾ ਸਮਾਂ ਹੋ ਚੱਲਿਆ ਹੈ, ਅੰਨ ਤਿਆਗਿਆ ਹੋਇਆ ਹੈ। ਕੀ ਕਹਿਣਾ ਚਾਹੋਗੇ, ਕਿਸ ਤਰ੍ਹਾਂ ਮਨ ਦੇ ਵਿੱਚ ਜਜ਼ਬਾ ਆਇਆ? ਔਰ ਆਪਣੀ ਸਿਹਤ ਦਾ ਜ਼ਰੂਰ ਧਿਆਨ ਰੱਖਿਓ। ਅਸੀਂ ਸਭ ਤੋਂ ਪਹਿਲਾਂ ਇਹ ਤੁਹਾਨੂੰ ਰਿਕੁਐਸਟ ਕਰਾਂਗੇ। ਸਭ ਤੋਂ ਪਹਿਲਾਂ ਡੇਲੀ ਪੋਸਟ ਦੇਖ ਰਹੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਇਹ ਮਨ 'ਚ ਤਾਂ ਅੱਜ ਦਾ ਨਹੀਂ ਜੀ, ਜਦੋਂ ਦੇ ਜੰਮੇ ਹੋਏ ਆ ਉਦੋਂ ਤੋਂ ਹੀ ਆ, ਕਿਉਂਕਿ ਮੇਰਾ ਬਰਥ ਹੋਣ ਤੋਂ ਪਹਿਲਾਂ 74 ਦੇ ਵਿੱਚ ਮੇਰੇ ਫਾਦਰ ਸਾਹਿਬ ਨੇ 44 ਦਿਨ ਦਾ ਮਰਨ ਵਰਤ ਰੱਖਿਆ ਸੀ ਅਤੇ 69 ਦੇ ਵਿੱਚ ਸਰਦਾਰ ਦਰਸ਼ਨ ਸਿੰਘ ਫੇਰੂ ਮਾਨ ਜੀ ਨੇ 74 ਦਿਨ ਦਾ ਮਰਨ ਵਰਤ ਰੱਖਿਆ ਸੀ ਅਤੇ ਉਹ ਸ਼ਹੀਦ ਹੋ ਗਏ ਸਨ ਆਪਣੇ ਮਰਨ ਵਰਤ 'ਤੇ। ਇਹ ਖੂਨ ਦੇ ਵਿੱਚ ਹੀ ਜਜ਼ਬਾ ਜੀ ਸਾਡੇ ਵੀ ਦੇਸ਼ ਲਈ ਕੁਰਬਾਨ ਹੋਣ ਦਾ। ਅਤੇ ਮੈਂ ਪਹਿਲਾਂ ਜਦੋਂ 26 ਨਵੰਬਰ ਨੂੰ ਪ੍ਰੋਟੈਸਟ ਸ਼ੁਰੂ ਹੋਇਆ, ਮੈਂ ਉਦੋਂ ਨਾਲ ਸੀ। ਅਸੀਂ ਵੀ ਬੈਰੀਕੇਡ ਢਾਏ, ਸਭ ਕੁਛ ਕੀਤਾ ਜੀ, ਪਰ ਅਸੀਂ ਪਬਲਿਕ ਦੇ ਨਾਲ ਸੀ, ਕਿਉਂਕਿ ਅਸੀਂ ਹਮੇਸ਼ਾ ਪਬਲਿਕ ਦੇ ਵਿੱਚ ਹੀ ਰਹੀਦਾ। ਆਪਦੇ ਆਪ ਨੂੰ ਕੋਈ ਲੀਡਰ ਜਾਂ ਕੋਈ ਨੇਤਾ ਸਮਝ ਕੇ ਨਹੀਂ ਅਸੀਂ ਰੱਖਿਆ, ਨਾ ਸਮਝਦੇ ਹਾਂ। ਅਤੇ ਫਿਰ ਮੈਂ ਵਾਪਸ 26, 27, 28 ਇੱਥੇ ਰਿਹਾ ਜੀ। ਫਿਰ ਮੈਂ 29 ਨੂੰ ਗਿਆ, ਫਿਰ ਮੈਂ 1 ਤਰੀਕ ਨੂੰ ਆਇਆ, ਫਿਰ ਮੈਂ 1 ਤੋਂ ਬਾਅਦ 4 ਨੂੰ ਗਿਆ, ਫਿਰ ਮੈਂ 4 ਤੋਂ ਬਾਅਦ 7 ਨੂੰ ਆਇਆ। ਜਦੋਂ 8 ਦੀ ਇਹ ਮੀਟਿੰਗ ਖਤਮ ਹੋਈ ਅਤੇ ਮੇਰੇ ਉਦੋਂ ਮਨ 'ਚ ਉੱਠਿਆ ਵੀ ਇਹ ਤਾਂ ਸਰਕਾਰ ਆਪਦੀਆਂ ਗੰਦੀਆਂ ਰਾਜਨੀਤੀਆਂ ਖੇਡੀ ਜਾ ਰਹੀ ਹੈ, ਤਰੀਕ 'ਤੇ ਤਰੀਕ ਦੇਈ ਜਾ ਰਹੀ ਹੈ। ਇਸ ਤਰ੍ਹਾਂ ਸਰਕਾਰ ਨੇ ਭੋਲੇ ਭਾਲੇ ਕਿਸਾਨਾਂ ਨੂੰ ਆਪਦੀ ਗੰਦੀ ਰਾਜਨੀਤੀ ਦੇ ਵਿੱਚ ਫਸਾ ਕੇ ਤਰੀਕ 'ਤੇ ਤਰੀਕ ਦੇ ਕੇ ਇਹ ਪ੍ਰੋਟੈਸਟ ਨੂੰ ਅੱਗੇ ਵਧਾਈ ਜਾਊਗੀ, ਕਿਉਂਕਿ ਉਦੋਂ 8 ਤਰੀਕ ਤੱਕ ਸਾਡੇ ਇੱਥੇ 14 ਕਿਸਾਨ ਵਿਚਾਰੇ ਵੀਰ ਭਰਾ ਸ਼ਹੀਦ ਹੋ ਚੁੱਕੇ ਸੀ। ਫਿਰ ਮੈਂ ਇਹੀ ਅੰਦੋਲਨ ਦੀ ਰਾਹ 'ਤੇ ਚੱਲਦਿਆਂ ਹੋਇਆਂ ਮੈਂ ਤਾਂ ਆਪਦੇ ਦਿਲ 'ਚ ਧਾਰਿਆ ਵੀ, ਪ੍ਰਣ ਲਿਆ ਵੀ ਮੈਂ ਹੁਣ ਸਰਦਾਰ ਸ਼ਹੀਦ ਆਜ਼ਮ ਭਗਤ ਸਿੰਘ ਦੇ ਵਾਂਗੂ, ਸਾਡੇ ਸ਼ਹੀਦ ਦਰਸ਼ਨ ਸਿੰਘ ਫੇਰੂ ਮਾਨ ਜੀ ਵਾਂਗੂ ਮੈਂ ਵੀ ਹੁਣ ਮਰਨ ਵਰਤ 'ਤੇ ਬੈਠੂੰਗਾ। 13 ਤਰੀਕ ਨੂੰ ਮੇਰਾ ਜਨਮ ਦਿਵਸ ਸੀ ਜੀ। ਉਸ ਦਿਨ ਲੋਕ ਪਾਰਟੀਆਂ ਕਰਦੇ ਨੇ ਆਪਣੇ ਜਨਮ ਦਿਵਸ ਦੇ ਉੱਤੇ, ਪਰ ਮੈਂ 13 ਤਰੀਕ ਨੂੰ ਸਿੰਘੂ ਬਾਰਡਰ ਦੀ ਸਟੇਜ 'ਤੇ ਆ ਕੇ ਇਹ ਅਨਾਊਂਸ ਕੀਤਾ ਸੀ ਵੀ ਮੈਂ ਹੁਣ ਵਰਤ 'ਤੇ ਬਹਿਣ ਜਾ ਰਿਹਾ। 10 ਤਰੀਕ ਦਾ ਅਲਟੀਮੇਟਮ ਦੇ ਰਿਹਾ, ਜੇ ਸਰਕਾਰ ਨਹੀਂ ਮੰਨੇਗੀ ਤਾਂ ਮੈਂ 23 ਤਰੀਕ ਕਿਸਾਨ ਦਿਵਸ ਵਾਲੇ ਦਿਨ ਮਰਨ ਵਰਤ ਸ਼ੁਰੂ ਕਰ ਦੂੰਗਾ। ਕਿਸਾਨ ਦਿਵਸ ਤੋਂ ਮੈਂ ਮਰਨ ਵਰਤ ਸ਼ੁਰੂ ਕੀਤਾ ਹੋਇਆ ਜੀ। ਅੱਜ ਮੈਨੂੰ ਤਕਰੀਬਨ 40 ਦਿਨ ਹੋਣ ਵਾਲੇ ਨੇ, ਮੈਂ ਅਨਾਜ ਨਹੀਂ ਲਿਆ। ਜਦੋਂ ਮੈਂ ਭੁੱਖ ਹੜਤਾਲ 'ਤੇ ਸੀ, ਮੈਂ ਉਦੋਂ ਵੀ ਨਹੀਂ ਅਨਾਜ ਲੈ ਰਿਹਾ ਸੀ, ਉਦੋਂ ਸਿਰਫ ਨਿੰਬੂ ਪਾਣੀ ਅਤੇ ਪਾਣੀ ਲੈ ਰਹੇ ਸੀ। ਪਰ 23 ਤੋਂ ਬਾਅਦ ਮੈਂ ਨਿੰਬੂ ਪਾਣੀ ਤਾਂ ਛੱਡਤਾ, ਸਿਰਫ ਪਾਣੀ 'ਤੇ ਆ। ਅਤੇ ਉਹ ਵੀ ਵਿੱਚ ਕਈ ਵਾਰੀ ਮੈਂ 4-4 ਦਿਨ, 8-8 ਦਿਨ, 10-10 ਦਿਨ ਪਾਣੀ ਵੀ ਨਹੀਂ ਲੈ ਰਿਹਾ। ਜਦੋਂ ਡਾਕਟਰ ਮੈਨੂੰ ਕਹਿੰਦੇ ਨੇ ਵੀ ਲਓ, ਪਰ ਮੈਂ ਨਹੀਂ ਲੈ ਰਿਹਾ। ਉਸ ਤੋਂ ਬਾਅਦ 4 ਵਾਰੀ ਹੌਸਪੀਟਲਾਈਜ਼ ਹੋ ਗਿਆ। ਡਾਕਟਰ ਜੋ ਗਲੂਕੋਜ਼ ਚੜਾਉਂਦੇ ਨੇ ਜਾਂ ਇੰਜੈਕਸ਼ਨ ਦਿੰਦੇ ਨੇ ਉਹੀ ਜਾ ਰਿਹਾ ਅੰਦਰ, ਪਰ ਮੈਂ ਆਪਣੀ ਤਰਫ ਤੋਂ ਨਹੀਂ ਲਿਆ। ਮੇਰਾ 22 ਕਿਲੋ ਤੋਂ ਉੱਪਰ ਵਜ਼ਨ ਘੱਟ ਚੁੱਕਿਆ ਹੈਗਾ, ਸਿਰਫ ਇਸੇ ਲਈ ਵੀ ਇਹ ਸਰਕਾਰਾਂ ਸਾਨੂੰ ਅੱਜ ਜੋ ਕਾਲੇ ਕਾਨੂੰਨ ਥੋਪ ਰਹੀਆਂ ਨੇ, ਅਡਾਨੀ ਅੰਬਾਨੀ ਦੇ ਜੋ ਇਹਨਾਂ ਦੇ ਆਕਾਂ ਨੇ ਉਹਨਾਂ ਦੇ ਵਿੱਚ ਆ ਕੇ, ਉਸ ਕਾਲੇ ਕਾਨੂੰਨ ਸਾਨੂੰ ਨਹੀਂ ਚਾਹੀਦੇ। ਕਿਉਂਕਿ ਇਹ ਸਰਕਾਰਾਂ ਨੇ ਸਾਨੂੰ ਪਹਿਲਾਂ ਤਾਂ ਜ਼ਬਰਦਸਤੀ 15 ਲੱਖ ਸਾਡੇ ਖਾਤਿਆਂ 'ਚ ਪਵਾਤੇ, ਜਿਹੜੇ ਅਸੀਂ ਮੰਗੇ ਵੀ ਨਹੀਂ ਸੀ। ਇਹਨਾਂ ਨੇ ਜ਼ਬਰਦਸਤੀ ਪਵਾਏ ਸਾਡੇ ਖਾਤਿਆਂ 'ਚ। ਫਿਰ 2 ਕਰੋੜ ਨੌਜਵਾਨਾਂ ਨੂੰ ਇਹਨਾਂ ਨੇ ਰੁਜ਼ਗਾਰ ਦਿਵਾਤਾ। ਜਿਹੜੇ ਰੁਜ਼ਗਾਰ ਨੌਜਵਾਨਾਂ ਨੂੰ ਚਾਹੀਦਾ ਸੀ ਉਹਨਾਂ ਨੂੰ ਵੀ ਜ਼ਬਰਦਸਤੀ ਦਿੱਤਾ ਵੀ ਲਓ ਜੀ ਲਓ, ਲਓ ਜੀ ਲਓ। ਜਿਨ੍ਹਾਂ ਨੂੰ ਨਹੀਂ ਚਾਹੀਦਾ ਸੀ ਉਹਨਾਂ ਨੂੰ ਵੀ ਦਿੱਤਾ। ਹੁਣ ਉਸੇ ਤਰ੍ਹਾਂ ਜ਼ਬਰਦਸਤੀ ਸਾਨੂੰ ਕਿਸਾਨਾਂ ਨੂੰ, ਜਿਵੇਂ ਇਹਨਾਂ ਨੇ 15 ਲੱਖ ਅਤੇ 2 ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਇਆ, ਉਵੇਂ ਹੁਣ ਸਾਨੂੰ ਇਹ ਕਰੋੜਪਤੀ ਬਣਾਉਣਾ ਚਾਹ ਰਹੀ ਹੈ ਕਿਸਾਨਾਂ ਨੂੰ।
ਜੋ ਸਾਨੂੰ ਨਹੀਂ ਚਾਹੀਦੇ। ਸਾਨੂੰ ਤਾਂ ਸਿਰਫ ਇਹੀ ਚਾਹੀਦਾ ਵੀ ਸਾਡੀ ਕਿਸਾਨੀ ਜੋ ਪੰਜਾਬ ਪੂਰੇ ਹਿੰਦੁਸਤਾਨ ਦਾ 60% ਅਨਾਜ ਪੈਦਾ ਕਰਦਾ, ਇਕੱਲਾ ਪੰਜਾਬ ਹੀ ਹਿੰਦੁਸਤਾਨ ਲਈ, ਜਿਹੜਾ ਹਿੰਦੁਸਤਾਨ ਦੇ ਨਾਲ ਨਾਲ ਬਾਹਰਲੀਆਂ ਕੰਟਰੀਆਂ ਨੂੰ ਐਕਸਪੋਰਟ ਵੀ ਹੁੰਦਾ ਗਾ। ਤੇ ਉਹਦੇ ਵਿੱਚ ਵੀ ਸਾਡੇ ਪਹਿਲਾਂ 25 ਲੱਖ ਕਿਸਾਨੀ ਖੇਤੀ ਕਰਦੇ ਸੀ, 60 ਲੱਖ 65 ਲੱਖ ਤੋਂ ਉੱਪਰ, ਜਿਹੜੇ ਹੁਣ ਘਟ ਕੇ ਸਾਡੇ ਉੱਥੇ ਸਿਰਫ 35-40 ਲੱਖ ਦੇ ਨੇੜੇ ਰਹਿ ਗਏ ਨੇ, ਕਿਉਂਕਿ ਸਾਡੇ ਕਰਜ਼ੇ ਦੀ ਮਾਰ ਨੇ ਸਾਡੇ ਕਿਸਾਨਾਂ ਨੂੰ ਬਿਲਕੁਲ ਮਾਰ ਕੇ ਰੱਖਤਾ। ਹੁਣ ਇਹ ਜਿਹੜੇ 35-40 ਲੱਖ ਸਾਡੀ ਕਿਸਾਨੀ ਬਚੀ ਆ ਉੱਥੇ, ਇਹ ਸਰਕਾਰ ਹੁਣ ਉਹਨੂੰ ਵੀ ਖਤਮ ਕਰਨ ਤੇ ਹੋਊਗੀ। ਮੈਂ ਮੋਦੀ ਜੀ ਨੂੰ ਵੀ ਦੱਸਣਾ ਚਾਹਾਂਗਾ, ਮੈਂ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਵੀ ਦੱਸਣਾ ਚਾਹਾਂਗਾ, ਇਹ ਤੁਹਾਨੂੰ ਤੁਹਾਡੇ ਮਾਂ-ਬਾਪ ਨੇ ਲੱਗਦਾ ਸਿਖਾਇਆ ਨਹੀਂ, ਕਿਉਂਕਿ ਜੇ ਸਿਖਾਇਆ ਹੁੰਦਾ ਤੁਸੀਂ ਪੈਸੇ ਦੇ ਪਿੱਛੇ ਇੰਨਾ ਨਹੀਂ ਪੈਂਦੇ ਸੀ। ਫਿਰ ਜਦੋਂ ਆਪਾਂ ਜੰਮਦੇ ਆ ਉਦੋਂ ਆਪਾਂ ਖਾਲੀ ਹੱਥ ਜੰਮਦੇ ਆ, ਤੇ ਜਦੋਂ ਆਪਾਂ ਜਾਂਦੇ ਆ ਉਦੋਂ ਵੀ ਖਾਲੀ ਹੱਥ ਜਾਂਦੇ ਆ। ਤੇ ਬੜਾ ਵੱਡਾ ਸ਼ਾਸਕ ਹੋਇਆ ਸੀ ਆਪਣੇ ਪੂਰੇ ਵਰਲਡ ਤੇ, ਉਹਨੇ ਸ਼ਾਸਨ ਕੀਤਾ ਸੀ। ਉਹਨੇ ਵੀ ਜਦੋਂ ਡਾਕਟਰ ਨੇ ਉਹਦਾ ਇਲਾਜ ਕੀਤਾ ਸੀ, ਉਦੋਂ ਡਾਕਟਰ ਨੂੰ ਉਹਨੇ ਕਿਹਾ ਸੀ ਵੀ ਮੇਰੀਆਂ 3 ਸ਼ਰਤਾਂ, ਉਹ 3 ਸ਼ਰਤਾਂ ਤੁਸੀਂ ਪੂਰੀਆਂ ਕਰੋਗੇ? ਉਹ ਡਾਕਟਰ ਕਹਿੰਦਾ ਹਾਂਜੀ ਮੈਂ ਕਰੂੰਗਾ। ਉਹ ਕਹਿੰਦਾ ਜੀ ਮੇਰਾ ਕੌਫਨ ਜਿਹੜਾ ਬਣਾਓਗੇ ਤੁਸੀਂ ਬਣਾਓਗੇ। ਉਸ ਤੋਂ ਬਾਅਦ ਉਹਨੇ ਕਿਹਾ ਮੇਰੇ ਕੌਫਨ ਦੇ ਵਿੱਚ ਮੇਰਾ ਸਾਰਾ ਜਿੰਨਾ ਕਮਾਇਆ ਧਨ ਆ ਉਹਦੇ ਉੱਤੇ ਲਾ ਦਿਓ। ਉਹ ਕਹਿੰਦੇ ਠੀਕ ਆ। ਫਿਰ ਉਹਨੇ ਕਿਹਾ ਮੇਰੇ ਕੌਫਨ ਦੇ ਵਿੱਚ 2 ਮੋਰੇ ਹੋਣੇ ਚਾਹੀਦੇ ਆ ਤੇ ਮੇਰੀਆਂ ਬਾਹਾਂ ਉਹਦੇ ਵਿੱਚ ਦੀ ਬਾਹਰ ਹੋਣੀਆਂ ਚਾਹੀਦੀਆਂ। ਡਾਕਟਰ ਨੇ ਪੁੱਛਿਆ ਵੀ ਇਹ ਕਾਹਦੇ ਲਈ ਜੀ? ਉਹ ਕਹਿੰਦਾ ਮੈਂ ਦੁਨੀਆ ਨੂੰ ਦਿਖਾਉਣਾ ਚਾਹੁੰਦਾ ਵੀ ਜਦੋਂ ਮੈਂ ਆਇਆ ਸੀ ਮੈਂ ਉਦੋਂ ਵੀ ਖਾਲੀ ਹੱਥ ਆਇਆ ਸੀ, ਹੁਣ ਮੈਂ ਜਾਣਾ ਉਦੋਂ ਵੀ ਖਾਲੀ ਹੱਥ ਹੀ ਜਾ ਰਿਹਾ। ਪੈਸਾ ਨਾ ਕਿਸੇ ਦਾ ਹੋਇਆ ਨਾ ਕਿਸੇ ਦਾ ਹੋਣਾ। ਇਹ ਜਿੱਦ ਛੱਡ ਦਿਓ ਮੋਦੀ ਜੀ, ਇਹ ਜਿੱਦ ਛੱਡ ਦਿਓ ਅਡਾਨੀ ਜੀ। ਜਦ ਤੱਕ ਦੁਨੀਆ ਤੋਂ ਪਿਆਰ ਜਾਂਦਾ, ਤੁਹਾਡਾ ਜੋ ਦੁਨੀਆ ਪ੍ਰਤੀ ਸੇਵਾ ਕੀਤੀਆਂ ਹੋਣਗੀਆਂ ਉਹ ਜਾਂਦੀਆਂ, ਇਹ ਪੈਸਾ ਨਾਲ ਨਹੀਂ ਜਾਂਦਾ। ਇੱਥੇ ਸਾਡੇ 150 ਦੇ ਨੇੜੇ ਤੁਸੀਂ ਕਿਸਾਨ ਸ਼ਹੀਦ ਕਰਾਤੇ ਨੇ। ਹੋ ਸਕਦਾ ਮੈਂ ਵੀ ਸ਼ਹੀਦ ਹੋ ਜਾ, ਮੈਂ ਇਹ ਨਹੀਂ ਕਹਿ ਰਿਹਾ ਵੀ ਨਹੀਂ ਹੋ ਸਕਦਾ ਹੋ ਜਾ। ਇਹ ਕਾਤਲ ਤੁਸੀਂ ਘਵਾਓਗੇ ਇਹਨਾਂ ਦੇ। ਇਦੋਂ ਵੱਡੀ ਕੋਈ ਚੀਜ਼ ਨਹੀਂ ਹੋਊਗੀ ਵੀ 150 ਤੋਂ ਉੱਪਰ ਕਿਸਾਨਾਂ ਦੇ ਕਾਤਲ ਤੁਸੀਂ, ਜਿਹੜਾ ਅੰਨਦਾਤਾ ਉਹਦੇ ਕਾਤਲ ਤੁਸੀਂ ਹੋਵੋਗੇ, ਤੇ ਇਦੋਂ ਵੱਡਾ ਪਾਪ ਨਹੀਂ ਹੋਏਗਾ। ਨਾ ਪਾਪ ਲਈ ਜਾਓ, ਜਾਣਾ ਵੀ ਆਏ ਵੀ ਖਾਲੀ ਹੱਥ, ਜਾਵਾਂਗੇ ਵੀ ਖਾਲੀ ਹੱਥ। ਅੱਜ ਦੀ ਮੀਟਿੰਗ 'ਚ ਮੈਂ ਤਾਂ ਇਹ ਕਹੂੰਗਾ ਵੀ ਜੋ ਮੀਟਿੰਗ ਅੱਜ ਦੀ ਚੱਲ ਰਹੀ ਆ, ਜੇ ਉਹਦੇ 'ਚ ਜਥੇਬੰਦੀਆਂ ਨੂੰ ਕੋਈ ਇਹ ਨਿਆਂ ਨਹੀਂ ਦਿੰਦੇ ਤਾਂ ਜਥੇਬੰਦੀਆਂ ਨੂੰ ਅੱਜ ਉੱਥੇ ਕਹਿ ਕੇ ਆਉਣਾ ਚਾਹੀਦਾ ਵੀ ਅਸੀਂ ਅੱਜ ਤੋਂ ਬਾਅਦ ਕਿਸੇ ਮੀਟਿੰਗ 'ਚ ਨਹੀਂ ਆਵਾਂਗੇ। ਕਿਉਂਕਿ ਕਿਸਾਨਾਂ ਨੂੰ ਜੋ ਅੱਤਵਾਦੀ ਦੱਸਦੇ ਨੇ, ਕਦੇ ਖਾਲਿਸਤਾਨੀ ਦੱਸਦੇ ਨੇ, ਕਦੇ ਮਾਓਵਾਦੀ ਦੱਸਦੇ ਨੇ, ਕਦੇ ਕੁਛ ਦੱਸਦੇ ਨੇ, ਸਭ ਤੋਂ ਵੱਡੇ ਤਾਂ ਅੱਤਵਾਦੀ ਇਹ ਖੁਦ ਨੇ, ਜਿਨ੍ਹਾਂ ਨੇ ਹਿੰਦੁਸਤਾਨ ਦੇ ਵਿੱਚ ਸਰਕਾਰ ਬਣੀ। ਤੇ ਇਹੀ ਮੋਦੀ ਜੀ ਕਹਿੰਦੇ ਸੀ ਵੀ ਮੈਂ ਪਹਿਲੀ ਮੀਟਿੰਗ ਦੇ ਵਿੱਚ ਆਪਦੀ ਕੈਬਨਿਟ ਦੇ ਵਿੱਚ ਕਿਸਾਨਾਂ ਦੇ ਕਰਜ਼ੇ ਮਾਫ ਕਰੂੰਗਾ। ਹੋਇਆ ਕੀ? ਕਿਸਾਨਾਂ ਦੇ ਕਰਜ਼ੇ ਮਾਫ ਨਹੀਂ ਹੋਏ, ਕਾਰਪੋਰੇਟ ਘਰਾਣਿਆਂ ਦੇ ਕਰਜ਼ੇ ਮਾਫ ਹੋਏ। ਕਿਸਾਨਾਂ ਨੂੰ ਤਾਂ ਹੋਰ ਬੋਝ ਪਾਤਾ। ਫਿਰ ਕਹਿੰਦੇ ਜੀ ਅਸੀਂ MSP ਲਾਗੂ ਕਰਾਂਗੇ। MSP ਲਾਗੂ ਤਾਂ ਹੋਈ ਪਰ ਨਿਰਯਾਤ ਹੋਣੀ ਬੰਦ ਹੋ ਗਈ। ਜਦ ਸਰਕਾਰ ਨਿਰਯਾਤ ਹੀ ਨਹੀਂ ਕਰੇਗੀ ਤਾਂ ਕਿਸਾਨ ਫਿਰ ਬੀਜੇਗਾ ਕਿਵੇਂ ਜਦੋਂ ਉਹਦੀ ਫਸਲ ਚੁੱਕੀ ਨਹੀਂ ਜਾਏਗੀ? ਇਹ ਦੋਗਲੀਆਂ ਰਾਜਨੀਤੀਆਂ ਸਾਡੇ ਸਾਹਮਣੇ ਨਾ ਖੇਡੋ ਮੋਦੀ ਜੀ। ਸਾਨੂੰ ਵੀ ਰਾਜਨੀਤੀਆਂ ਆਉਂਦੀਆਂ, ਅਸੀਂ ਸਿਖਾ ਕੇ ਤੁਹਾਨੂੰ ਉਹ ਕੁਰਸੀ ਤੇ ਪਾਇਆ ਜਿਹੜੀ ਹਿੰਦੁਸਤਾਨ ਦੀ ਸਾਰਿਆਂ ਨਾਲੋਂ ਵੱਡੀ ਕੁਰਸੀ ਆ। ਇਦੋਂ ਬਾਅਦ ਤੁਸੀਂ ਬਹਿਣਾ ਨਹੀਂ, ਇਹ ਲਿਖਿਆ ਜਾ ਚੁੱਕਿਆ ਗਾ। ਤੇ ਪਰ ਹਜੇ ਵੀ ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਡਾ ਬਾਅਦ ਚੋਂ ਨਾ ਲੋਕੀ ਲੈਣ ਤੇ ਕਾਨੂੰਨ ਵਾਪਸ ਲੈ ਲਓ, ਤੁਸੀਂ ਆਓ। ਜਿਵੇਂ ਤੁਸੀਂ ਆਪਦੀਆਂ ਮਨ ਕੀਆਂ ਬਾਤਾਂ ਕਰਦੇ ਹੋ ਨਾ, ਹੁਣ ਤੁਸੀਂ ਮਨ ਦੀ ਬਾਤ ਕਰੋ, ਚਾਹੇ ਅੱਜ ਕਰੋ ਚਾਹੇ ਕੱਲ੍ਹ ਕਰੋ, 26 ਤੋਂ ਪਹਿਲਾਂ ਕਰ ਦਿਓ। ਤਾਂ ਮਨ ਕੀ ਬਾਤ 'ਚ ਆ ਕੇ ਤੁਸੀਂ ਆਪ ਅਨਾਊਂਸ ਕਰ ਦਿਓ ਵੀ ਮੈਂ ਕਾਨੂੰਨ ਵਾਪਸ ਲੈ ਰਿਹਾ। ਕਿਉਂਕਿ ਤੁਸੀਂ ਹੁਣ ਜਾ ਕੇ ਬਹਿ ਗਏ ਹੋ ਸੁਪਰੀਮ ਕੋਰਟ ਦੀ ਗੋਦ 'ਚ। ਤੁਹਾਨੂੰ ਮੈਂ ਦੱਸਣਾ ਚਾਹੂੰਗਾ ਜੀ, ਸੁਪਰੀਮ ਕੋਰਟ ਜੱਜ ਕਰ ਸਕਦਾ, ਜੱਜ ਕਰਕੇ ਆਪਣਾ ਯੈਸ ਨੋ ਦੇ ਸਕਦਾ। ਸੁਪਰੀਮ ਕੋਰਟ ਦਾ ਜੱਜ ਕਰਨ ਦਾ ਹੈਗਾ, ਜੱਜਮੈਂਟ ਦੇ ਸਕਦਾ ਹੈਗਾ, ਪਰ ਉਹ ਕਾਨੂੰਨ ਲਾਗੂ ਨਹੀਂ ਕਰ ਸਕਦਾ, ਉਹ ਕਾਨੂੰਨ ਕੈਂਸਲ ਨਹੀਂ ਕਰ ਸਕਦਾ। ਸਰਕਾਰ ਕਾਨੂੰਨ ਲਿਆਈ ਆ, ਸਰਕਾਰ ਨੂੰ ਹੀ ਕੈਂਸਲ ਕਰਨੇ ਪੈਣਗੇ। ਸੁਪਰੀਮ ਕੋਰਟ ਨੂੰ ਤਾਂ ਸਰਕਾਰ ਨੂੰ ਕਹਿਣਾ ਚਾਹੀਦਾ। ਸੁਪਰੀਮ ਕੋਰਟ ਨਾ ਹੁਣ ਇਹਦੀ ਕਠਪੁਤਲੀ ਬਣੇ, ਜਿਵੇਂ ਸਾਡੇ ਗਗੋਈ ਜੀ ਨੇ ਕਿਹਾ ਸੀ
ਵੀ ਸਰਕਾਰਾਂ ਹੁਣ ਸਾਨੂੰ ਆਪਦੀ ਕਠਪੁਤਲੀਆਂ ਬਣਾਉਣੀਆਂ ਚਾਹ ਰਹੀਆਂ। ਹੁਣ ਉਹੀ ਚੀਜ਼ ਸਿੱਧ ਹੋ ਗਈ ਆ। ਨਿਆਏ ਹਿੰਦੁਸਤਾਨ 'ਚ ਇਕੱਲਾ ਬਚਿਆ ਜਿਹਦੇ ਤੇ ਲੋਕ ਅੱਜ ਵੀ ਭਰੋਸਾ ਕਰਦੇ ਨੇ। ਉਹ ਨਿਆਏ ਨੂੰ ਇਹਨਾਂ ਦੀ ਕਠਪੁਤਲੀ ਨਾ ਬਣਾਇਆ ਜਾਵੇ, ਨਾ ਬਣਨ ਦਿੱਤਾ ਜਾਵੇ। ਤਾਂ ਮੈਂ ਨਿਆਇਆਲੇ ਨੂੰ ਬੇਨਤੀ ਕਰਦਾ, ਨਿਆਇਆਲੇ ਹਜੇ ਵੀ ਆਪਦਾ ਹਿੰਦੁਸਤਾਨ 'ਚ ਜੋ ਥੋੜ੍ਹੇ ਜਿਹੇ ਲੋਕਾਂ 'ਚ ਹੈਗਾ ਵਿਸ਼ਵਾਸ ਵੀ ਨਿਆਇਆਲੇ 'ਚ ਸਾਡੀ ਜਿੱਤ ਹੋ ਸਕਦੀ ਹੈ, ਅਸੀਂ ਸੱਚੇ ਹਾਂ, ਉਹਨੂੰ ਬਰਕਰਾਰ ਰੱਖਦੇ ਹੋਏ ਨਿਆਇਆਲੇ ਸੁਪਰੀਮ ਕੋਰਟ ਇਸ ਮੋਦੀ ਸਰਕਾਰ ਨੂੰ ਆਦੇਸ਼ ਦੇਵੇ ਵੀ ਇਹ ਕਾਨੂੰਨ ਤੁਸੀਂ ਲਿਆਂਦਾ ਤੇ ਤੁਸੀਂ ਇਹਦਾ ਯੈਸ ਨੂੰ ਕਰਨੀ ਆ, ਤੁਸੀਂ ਇਹਨੂੰ ਖਤਮ ਕਰਨਾ। ਸਾਡਾ ਇਹਦੇ 'ਚ ਕੋਈ ਦਖਲ ਨਹੀਂ ਗਾ, ਅਸੀਂ ਇਹਦੇ 'ਚ ਕੁਝ ਨਹੀਂ ਕਰ ਸਕਦੇ। ਇਹ ਤੁਸੀਂ ਗਲਤੀ ਕੀਤੀ ਹੈ, ਤੁਹਾਨੂੰ ਗਲਤੀ ਵੀ ਤੁਸੀਂ ਝੱਲੋ। ਤੇ ਜੇ ਸਰਕਾਰ ਇਹ ਨਹੀਂ ਕਰਦੀ ਤਾਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਕਹਿ ਰਿਹਾ ਜੀ, 26 ਤਰੀਕ ਆ, 29 ਨੂੰ ਇਜਲਾਸ ਸ਼ੁਰੂ ਹੋਣ ਜਾ ਰਿਹਾ। ਬਹੁਤ ਕਿਸਾਨ ਵੀਰ ਭਰਾਵਾਂ ਨੇ ਸਾਡਿਆਂ ਨੇ ਇੱਥੇ ਬੜਾ ਸ਼ਾਂਤਮਈ ਤਰੀਕੇ ਨਾਲ ਅੰਦੋਲਨ ਚਲਾਇਆ ਤੇ ਚੱਲ ਵੀ ਰਿਹਾ। ਪਰ ਸਾਡਾ ਇੱਥੇ 50% ਅੰਦੋਲਨ ਜਿਹੜਾ ਚੱਲ ਰਿਹਾ ਨਾ ਜੀ, ਉਹ ਸਾਡੀਆਂ 4 ਸਿੱਖ ਐਡ, ਕਾਲ ਐਡ, ਯੂਨਾਈਟਿਡ ਸਿੱਖ, ਇਹ ਤਿੰਨੇ ਐਡ ਜਿਹੜੇ ਹੈਗੀਆਂ NGOs ਖਾਲਸਾ ਐਡ ਨਾਲ, ਇਹ ਚਾਰੇ NGO 60% ਅੰਦੋਲਨ ਸਾਂਭੀ ਬੈਠੀਆਂ। ਸਭ ਕੁਝ ਪ੍ਰੋਵਾਈਡ ਹੋ ਰਿਹਾ। ਬਚੇ ਦੂਜੇ ਸਾਡੇ ਜੋ ਵੀਰ ਭਰਾ 40% ਉਹ ਕਰ ਰਹੇ ਨੇ। ਤੇ ਜਿਹੜੇ ਵੀਰ ਭਰਾ ਸਾਡੇ NGO ਜਾਂ ਕੋਈ ਵੀ ਵੀਰ ਭਰਾ ਸਾਡੇ ਇੱਥੇ ਜਥੇਬੰਦੀਆਂ ਨੂੰ ਆਪਦੇ ਤਰਫ ਤੋਂ ਕੋਈ ਵੀ ਡੋਨੇਸ਼ਨ ਦੇ ਰਿਹਾ ਜਾਂ ਕੋਈ ਭੇਜ ਰਿਹਾ, ਉਹ ਇੱਥੇ ਘੱਟ ਲੱਗ ਰਹੀ ਆ। ਉਹ ਡੋਨੇਸ਼ਨ ਦਾ ਹਿਸਾਬ ਲਿਆ ਜਾਵੇ, ਕਿਉਂਕਿ ਇਹ ਬਾਅਦ 'ਚੋਂ ਬਹੁਤ ਗਲਤ ਚੀਜ਼ ਦਾ ਅਸਰ ਜਾਏਗਾ। ਕਿਉਂਕਿ ਡੋਨੇਸ਼ਨਾਂ ਆਉਂਦੀਆਂ ਇਸ ਚੀਜ਼ ਦੇ ਲਈ, ਉਹਦਾ ਹਿਸਾਬ ਲਿਆ ਜਾਵੇ। ਤੇ ਦੂਜਾ, ਜਥੇਬੰਦੀਆਂ ਨੂੰ ਵੀ ਮੈਂ ਅਪੀਲ ਕਰਦਾ ਵੀ ਤੁਸੀਂ ਬਹੁਤ ਵਧੀਆ ਅੰਦੋਲਨ ਚਲਾ ਰਹੇ ਹੋ, ਇਹਨੂੰ ਕਾਮਯਾਬ ਕਰਨ ਦੇ ਲਈ ਅੱਜ ਸਰਕਾਰ ਨੂੰ ਜਵਾਬ ਦੇ ਕੇ ਆਓ। ਤੇ 29 ਤਰੀਕ ਨੂੰ ਜੇ ਸਰਕਾਰ ਵਾਪਸ ਨਹੀਂ ਲੈਂਦੀ ਤਾਂ 29 ਤਰੀਕ ਨੂੰ ਮੈਂ ਪਾਰਲੀਮੈਂਟ ਦੇ ਅੱਗੇ ਆ ਕੇ ਆਤਮਦਾਹ ਕਰੂੰਗਾ ਤੇ ਮੇਰੇ ਨਾਲ ਕਿਸਾਨਾਂ ਦੀਆਂ ਲਾਈਨਾਂ ਲੱਗ ਜਾਣਗੀਆਂ। ਜਿਹੜੇ ਉੱਥੇ ਆਤਮਦਾਹ ਕਰਨਗੇ ਤੇ ਉਹਦੀ ਜ਼ਿੰਮੇਦਾਰ ਸਰਕਾਰ ਹੋਏਗੀ, ਮੋਦੀ ਹੋਏਗਾ, ਕਾਰਪੋਰੇਟ ਘਰਾਣੇ ਹੋਣਗੇ। ਤੇ ਜੇ ਇਹਦਾ ਵੀ ਜੋ ਵੀ ਹੈ ਉਹ ਸਾਡੇ ਕਿਸਾਨ ਭਰਾ, ਸਾਡੀ ਜਨਤਾ ਬਾਅਦ 'ਚੋਂ ਹਿਸਾਬ ਲਊਗੀ। ਸੋ ਸਾਡੀ ਅਪੀਲ ਹੈ ਤੁਹਾਨੂੰ, ਤੁਸੀਂ ਕੋਈ ਇਦਾਂ ਦਾ ਕਦਮ ਨਹੀਂ ਚੱਕਣਾ। ਬੜੇ ਸਹੀ ਤਰੀਕੇ ਨਾਲ ਵੱਧ ਰਿਹਾ ਅੰਦੋਲਨ, ਕਿਉਂਕਿ ਜਜ਼ਬਾਤ ਹੈ ਇਹਨਾਂ ਦੇ। ਪਰ ਸਾਡੀ ਤੁਹਾਨੂੰ ਅਪੀਲ ਹੈ, ਤੁਸੀਂ ਕੋਈ ਇਦਾਂ ਦਾ ਕਦਮ ਨਹੀਂ ਚੱਕਣਾ। ਆਪਣਾ ਧਿਆਨ ਰੱਖਣਾ, ਸਿਹਤ ਦਾ ਧਿਆਨ ਰੱਖਣਾ, ਪਰਿਵਾਰ ਦਾ ਧਿਆਨ ਰੱਖਣਾ। ਸੋ ਸਨਾਤਨ ਧਰਮ ਦੇ ਵਿੱਚ ਕਿਹਾ ਜਾਂਦਾ ਹੈ ਜਗ ਕਲਿਆਣ ਪਰਿਭਾਸ਼ਾ ਹੈ। ਚਾਹੇ ਤੁਸੀਂ ਕੋਈ ਕਾਮਨਾ ਕਰ ਲਓ, ਭੰਡਾਰਾ ਕਰ ਲਓ ਜਾਂ ਕੋਈ ਪ੍ਰਾਰਥਨਾ ਕਰ ਲਓ, ਸਿੱਖ ਸਮਾਜ ਵਿੱਚ ਵੀ ਸਰਬੱਤ ਦੇ ਭਲੇ ਦੀ ਮੰਗ ਕੀਤੀ ਜਾਂਦੀ ਹੈ। ਖੈਰ ਫਿਰ ਚੰਦ ਘਰਾਣਿਆਂ ਤੇ ਐਡੇ ਆਰੋਪ ਆ ਰਹੇ ਆ, ਤਾਂ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਜਗ ਕਲਿਆਣ ਦੇ ਲਈ। ਸੋ ਉਹਨਾਂ ਨੇ ਜੋ ਜਸਵੀਰ ਸਿੰਘ ਬਾਬਾ ਮਹੰਤ ਜੀ ਜੋ ਸਾਰੀ ਆਪਣੇ ਦੱਸੀ ਆ ਮਨ ਦੀ ਜੋ ਵਿਅਥਾ, ਮੈਂ ਉਹਨੂੰ ਥੋੜ੍ਹਾ ਸ਼ਬਦਾਂ 'ਚ ਪਰੋਰਿਆ ਸੀ। ਜਦੋਂ ਘਰ ਦਾ ਮੁਖੀ ਭੁੱਖ ਹੜਤਾਲ 'ਤੇ ਬਹਿ ਜਾਵੇ, ਉੱਥੇ ਫਿਰ ਬੀਬੀਆਂ ਤੋਂ ਕਿੱਥੇ ਰਹਿ ਹੁੰਦਾ। ਡਾਕਟਰ ਜਸਵੀਰ ਪਹੁੰਚੇ ਨੇ ਇੱਥੇ, ਸਵਾਗਤ ਹੈ ਜੀ ਤੁਹਾਡਾ ਵੀ। ਬੜੇ 40 ਦਿਨ ਦਾ ਸਮਾਂ ਹੋ ਗਿਆ, ਪਾਣੀ 'ਤੇ ਟਿਕੇ ਹੋਏ ਨੇ ਤੇ ਉੱਤੋਂ ਹਾਲਾਤ ਇੱਦਾਂ ਦੇ ਨੇ। ਕਟਾਕਸ਼ ਵੀ ਰਾਗਨੀ ਵੱਲੋਂ ਕੁਝ ਕੀਤਾ ਗਿਆ, ਤਿਵਾਰੀ ਵੱਲੋਂ। ਸੋ ਸਭ ਤੋਂ ਪਹਿਲਾਂ ਤੁਸੀਂ ਵੀ ਇਹਨਾਂ ਨੂੰ ਅਪੀਲ ਕਰਨੀ ਹੈ ਕੋਈ ਐਸਾ ਕਦਮ ਨਹੀਂ ਚੁੱਕਣਾ। ਦੂਜਾ, ਤੁਸੀਂ ਕੀ ਕਹਿਣਾ ਚਾਹੋਗੇ ਜੋ ਐਸੇ ਅੰਦੋਲਨਾਂ ਦੇ ਵਿੱਚ ਬੈਠੇ ਆ, ਭੁੱਖ ਹੜਤਾਲਾਂ 'ਤੇ ਬੈਠੇ, ਉਹਨਾਂ 'ਤੇ ਕੋਈ ਕਟਾਕਸ਼ ਕਰਦੇ ਹੋਇਆ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਮੇਰੇ ਹਸਬੈਂਡ ਇਸ ਅੰਦੋਲਨ 'ਚ ਆਪਣਾ ਜਿਹੜਾ ਯੋਗਦਾਨ ਦੇ ਰਹੇ ਨੇ, ਇਹ ਕੋਈ ਨਵਾਂ ਨਹੀਂ ਹੈ, ਇਹਨਾਂ ਦੀ ਪਰੰਪਰਾ ਹੈ। ਪਹਿਲਾਂ ਵੀ ਇਹਨਾਂ ਦੇ ਪਰਿਵਾਰਾਂ ਨੇ ਸ਼ਹੀਦੀਆਂ ਦਿੱਤੀਆਂ ਨੇ, ਪਰ ਮੈਂ ਇਹਨਾਂ ਦੇ ਨਾਲ ਹਾਂ ਇਸ ਅੰਦੋਲਨ 'ਚ ਵੀ। ਹਾਂ, ਜੇ ਲੋੜ ਪਏਗੀ ਤਾਂ ਸ਼ਾਇਦ ਹੋ ਸਕਦਾ ਸਾਨੂੰ ਵੀ ਨਾਲ ਹੀ ਇਹਨਾਂ ਦੇ ਸ਼ਹੀਦ ਹੋ ਜਾਣਾ ਪਵੇ, ਕਿਉਂਕਿ ਇਹਨਾਂ ਤੋਂ ਬਾਅਦ ਰਹਿ ਕੇ ਅਸੀਂ ਕਰਨਾ ਵੀ ਕੀ ਹੈ। ਦੇਖੋ, ਅੱਜ ਦੀ ਡੇਟ ਦੇ ਵਿੱਚ ਤੁਸੀਂ ਇਹ ਦੇਖੋ, ਜਿਹੜੇ ਲੋਕ ਇਸ ਚੀਜ਼ ਨੂੰ ਸਮਝਣ ਦੀ ਬਜਾਏ ਇਸ ਚੀਜ਼ ਦਾ, ਜਿਹੜੇ ਤੁਸੀਂ ਗੱਲ ਕਰ ਰਹੇ ਹੋ ਵੀ ਉਹਨੇ ਰਾਗਨੀ ਤਿਵਾੜੀ ਜੀ ਨੇ ਜਿਹੜੀ ਗੱਲ ਕਹੀ ਹੈ, ਉਹ ਬੜੀ ਮੰਦਭਾਗੀ ਗੱਲ ਹੈ। ਉਹਨਾਂ ਨੂੰ ਇਦਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ। ਦੇਖੋ, ਜਿਹੜੇ ਅੰਨ ਨਾਲ ਤੁਸੀਂ ਖਾ ਕੇ ਐਡੇ ਵੱਡੇ ਹੋਏ ਹੋ, ਉਹਨਾਂ ਕਿਸਾਨਾਂ ਦੇ ਸਮਰਥਨ 'ਚ ਬੈਠੇ ਲੋਕਾਂ ਨੂੰ ਤੁਸੀਂ ਇਹੋ ਜਿਹੀਆਂ ਗੱਲਾਂ ਕਰ ਰਹੇ ਹੋ, ਤੁਹਾਨੂੰ ਆਪ ਸ਼ਰਮ ਹੋਣੀ ਚਾਹੀਦੀ ਹੈ। ਤੁਸੀਂ ਉਹਨਾਂ ਨੂੰ ਐਸੇ ਸੰਬੋਧਨ ਕਰ ਰਹੇ ਹੋ, ਕੁੱਤਾ ਬੋਲ ਰਹੇ ਹੋ, ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਕਿਹੜੇ ਦਲ ਦੇ ਬਾਰੇ ਗੱਲ ਕਰ ਰਹੇ ਹੋ। ਸਵਰਨ ਅਕਸ਼ਰਾਂ 'ਚ ਨਾਮ ਲਿਖਿਆ ਉਹਨਾਂ ਦਾ ਇਤਿਹਾਸ ਦੇ ਵਿੱਚ, ਉਹਨਾਂ ਨੇ ਬਲੀਦਾਨੀਆਂ ਦਿੱਤੀਆਂ। ਇਹ ਕੋਈ ਨਾਟਕ ਨਹੀਂ ਹੋ ਰਿਹਾ, ਇਹ ਕੋਈ ਮਜ਼ਾਕ ਨਹੀਂ ਹੋ ਰਿਹਾ। ਉਹਨੂੰ ਕਹੋ ਆਪਣਾ ਜਿਹੜਾ ਅੰਨ ਜਲ ਤਿਆਗ ਕੇ ਇੱਥੇ ਬਹਿ ਕੇ ਦਿਖਾ 2 ਦਿਨ, ਤੈਨੂੰ ਪਤਾ ਲੱਗੇ। ਇੱਥੇ ਬੁੜੀਆਂ ਤੇਰੇ ਵਾਸਤੇ ਜੁੱਤੀਆਂ ਲਈ ਬੈਠੀਆਂ ਨੇ। ਡਿਪ ਵੀ ਲੱਗੀ ਹੈ ਉਹਨਾਂ ਦੇ, ਕਈ ਵਾਰ ਹਸਪੀਟਲਾਈਜ਼ ਕਰਨਾ ਪੈ ਗਿਆ। ਤੁਸੀਂ ਖੈਰ ਧਿਆਨ ਵੀ ਰੱਖਣਾ,
ਸੋ ਕਿੱਦਾਂ ਘਰ ਦੇ ਵਿੱਚ ਫਿਰ ਮਾਹੌਲ ਜਦੋਂ ਮੁਖੀ ਐਦਾਂ ਬੈਠਿਆ ਹੁੰਦਾ ਤਾਂ ਘਰ ਦਾ ਕੀ ਮਾਹੌਲ ਬਣਿਆ ਪਿਆ? ਦੇਖੋ ਤੁਹਾਡੇ ਸਾਹਮਣੇ ਅਸੀਂ ਨਾਲ ਹੀ ਬੈਠੇ ਹਾਂ, ਸਾਨੂੰ ਵੀ ਇਹ ਮਤਲਬ ਅੱਛਾ ਨਹੀਂ ਲੱਗ ਰਿਹਾ। ਸੋ ਅੱਖਾਂ ਵੀ ਭਰ ਲੈਂਦੇ ਨੇ, ਹਾਲਾਤ ਇਦਾਂ ਦੇ ਬਣ ਜਾਂਦੇ ਨੇ। ਬਜ਼ੁਰਗ ਬਾਬਾ ਜੀ ਵੀ ਬੈਠੇ ਨੇ, ਇਹ ਵੀ ਅਨਸ਼ਨ ਤੇ ਚਲੇ ਗਏ ਤੇ ਮਿਹਨਤ ਕਰੀ, ਤਰਲਾ ਕਰਿਆ ਇਹਨਾਂ ਦਾ ਕਿ ਨਹੀਂ ਉਮਰ ਨਹੀਂ ਇਜਾਜ਼ਤ ਦਿੰਦੀ ਹੈ, ਸੋ ਤੁਸੀਂ ਇਦਾਂ ਨਹੀਂ ਕਰਨਾ। ਸੋ ਇਹ ਹਾਲਾਤ ਹੈ। ਸੋ ਇਹ ਭਾਈਚਾਰੇ ਦੇ ਲੋਕ ਹੈ ਵੱਖ-ਵੱਖ ਸਟੇਟਾਂ ਤੋਂ, ਇਹ ਵੀ ਇਹਨਾਂ ਦੇ ਨਾਲ ਹਰ ਵੇਲੇ ਮਦਦ ਕਰਨ ਦੇ ਲਈ ਆਉਂਦੇ ਨੇ। ਸੋ ਇਹ ਚੀਜ਼ਾਂ ਇਹ ਚੌਧਰੀ ਦੇਵੀ ਲਾਲ ਜੀ ਦੀ ਗੱਡੀ ਚਲਾਉਂਦੇ ਸੀ ਬਾਬਾ ਜੀ। ਅੱਜ ਸਰਕਾਰਾਂ ਦੇ ਖਿਲਾਫ ਅੰਦੋਲਨ ਚਲਾਣੇ ਪੈ ਰਹੇ ਇਹਨਾਂ ਬਜ਼ੁਰਗਾਂ ਨੂੰ। ਹਾਲਾਤ ਇਹ ਹੈ, ਹਰ ਵਰਗ ਦਾ ਬੰਦਾ बैठा है। बाबा जी क्या नाम है? अब आपने पहले तो मारन वर्त वाला काम नहीं करना, हमारी अपील है। और क्या कहना चाहते हो सरकारों के जो हालात बन रहे हैं? मैं हरियाणा से हूँ, गांव गांगोली, रणधीर सिंह देसवाल मेरा नाम है, जिला जींद हरियाणा। मैं 26 तारीख से जब से पंजाब से आंदोलन की चिंगारी उठी तो उसी वक़्त से जब खट्टर ने, जो कि मोदी का ही वो है, मुख्यमंत्री हरियाणा का है, उसने हमारे किसान भाइयों पर पंजाब से जो आ रहे थे शांति प्रिय तरीके से उनको रोकने की कोशिश की। बुछारें पानी की ठंड के मौसम में और सड़कें तोड़ करके उनको रोकने की कोशिश की। हम हरियाणा के किसानों ने अपने भाइयों के साथ मिलकर के इनको जब अलगवादी आतंकवादी बताया जा रहा था तो हमने कहा भाई ये है नहीं, तो किसान सारे देश के किसानों की मांग मान रहे हैं, ये आतंकवादी नहीं, खालिस्तानी नहीं, ये किसान भाई हैं। इनको साथ लेकर के मैं 26 तारीख से ही अपनी ट्रैक्टर ट्रालियाँ लेकर के यहाँ आए हुए, धरने प्रदर्शन करते हुए यहाँ आए हुए थे। लोकतंत्र में हमने देखा है कि भाई जब देश की आज़ादी के लिए महात्मा गांधी जैसे लोगों ने शांति प्रिय तरीके से ये उपवास और धरने दिए और उसको हम धरने इसी तरह से करते रहे। मैं भी क्योंकि एक किसान परिवार से हूँ, किसान हूँ, तो किसान के नाते मेरा भी एक फ़र्ज़ बनता था। मैं आखिरी दिनों में पहुँचा हुआ हूँ कि बुढ़ापा है, मेरी उम्र बहुत ज़्यादा हो गई है, तो मेरे बेटे पोतों ने भी रोका और यहाँ जितने भी आदमी आते हैं रोके। लेकिन मेरे अंदर एक इस बात का जज्बा है कि भाई ये तो काले कानून यदि ये लागू हो गए देश में किसान पर तो किसान बर्बाद हो जाएगा, जिसको अन्नदाता कहा जाता है। और हमारे बच्चे जो खेती पर ही निर्भर हैं तो उस खेती पर नहीं रहेगी। ये कारपोरेट घराने अंबानी अडानी हमारे से खेती तो कराएंगे लेकिन मजदूरी का उसमें होंगे, हमारी ज़मीन है इनके पास होगी। इसलिए इससे हमने यही सुना, बे पाप को सहने वाला पाप के करने वाले से भी ज़्यादा होता है। हमारे साथ इतना बड़ा जुल्म हो रहा था तो उस जुल्म को हमारे से बर्दाश्त नहीं हो रहा। तो मैं अभी महंत जसवीर दास सिंह के साथ, उसके बाद मैं इनके साथ आया और 13 तारीख से ये तो आमरण अनशन पर बैठे हुए हैं और मैं जो है भूख हड़ताल पर चल रहा था। लेकिन अब मेरा भी मन यही है, मेरी हालत काफ़ी नाजुक हो चुकी है लेकिन फिर भी मन यही कर रहा है अगर भाई ये काले कानून रद्द नहीं हुए, तुझे कुर्बानी देनी पड़े तो मैं कुर्बानी देने के लिए भी तैयार हूँ। अब महंत जी ने जो 29 तारीख का के लिए अल्टीमेटम दिया है, जो 29 तारीख के लिए अल्टीमेटम दिया है, मैं भी यदि इन्होंने शहीदी दी तो मैं भी इन्हें शहीदी देने से पीछे नहीं हटूँगा और काले कानून रद्द करा कर ही वापस अपने घरों को जाएंगे, या हमारी लाशें जाएंगी या हम काले कानून रद्द करा कर जाएंगे। ਸੋ ਇਹ ਹਾਲਾਤ ਹੈ, ਜਜ਼ਬਾਤ ਹੈ ਬਜ਼ੁਰਗਾਂ ਦੇ ਪਿੱਛੇ। ਅੱਖਾਂ ਵੀ ਨਮ ਹੋ ਆਈਆਂ ਪਰਿਵਾਰਾਂ ਦੀਆਂ ਕਿਉਂਕਿ ਸਮਾਂ ਬਹੁਤ ਹੋ ਗਿਆ ਏ। ਉਤੇਜਨਾ ਵੀ ਵੱਧ ਰਹੀ ਹੈ, ਗੁੱਸਾ ਵੀ ਵੱਧ ਰਿਹਾ ਹੈ। ਸੋ ਸਰਕਾਰਾਂ ਨੂੰ ਇਹਨਾਂ ਗਰਾਊਂਡ ਰਿਪੋਰਟਾਂ ਨੂੰ ਦਿਖਾਉਣ ਦਾ ਮਤਲਬ ਇਹ ਹੈ ਹਾਲਾਤ ਦੇਖ ਲੈਣੇ ਚਾਹੀਦੇ ਆ। ਜਾਨ ਨੂੰ ਹੀ ਜਦੋਂ ਸ਼ਹੀਦੀਆਂ ਵਾਲੇ ਪਾਸੇ ਨੂੰ ਲੋਕ ਤੋਰ ਲੈਣ ਫਿਰ ਅੰਦੋਲਨ ਦੇ ਵਿੱਚ ਲੰਬਾ ਸਮਾਂ ਇੰਤਜ਼ਾਰ ਨਹੀਂ ਕਰਾਉਣਾ ਚਾਹੀਦਾ। ਹਾਲਾਤ ਖਰਾਬ ਹੋਣ ਤੋਂ ਪਹਿਲਾਂ ਸਿਸਟਮ ਨੂੰ ਸੰਭਾਲ ਲੈਣਾ ਚਾਹੀਦਾ। ਸੋ ਦਿਨ ਭਰ ਤੁਹਾਨੂੰ ਖਬਰਾਂ ਦਿਖਾਉਂਦੇ ਰਹਾਂਗੇ। ਫਿਲਹਾਲ ਇਸ ਜੋ ਦ੍ਰਿਸ਼ ਤੁਹਾਡੇ ਸਾਹਮਣੇ ਦਿਖਾਏ ਨੇ ਇਹਨਾਂ ਹਾਲਾਤਾਂ ਦੇ ਨਾਲ, ਸਿੰਘੂ ਬਾਰਡਰ ਦਿੱਲੀ ਤੋਂ ਕੈਮਰਾਮੈਨ ਵਿੱਕੀ ਦੇ ਨਾਲ ਗੌਰਵ ਰਾਣਾ ਦੀ ਰਿਪੋਰਟ।